dear students, to chapter 4 of your book, A Panorama of Life. This is Liberty and Discipline, written by Field Marshal Sir William Slim, the Chief of the Imperial General Staff. He held the highest office in the British Army. He is well qualified to speak on the subject of discipline and the relation it bears to liberty. This chapter has been condensed from an article contributed by Sir William Slim to the Fortnightly London. This will be of special interest to all those who are rightly worried about the general disquiet for lack of discipline both at the personal and the national level. ਵਿਦਿਆਰਥੀਓ, ਤੁਹਾਡਾ ਸਵਾਗਤ ਹੈ। ਫੀਲਡ ਮਾਰਸ਼ਲ ਸਰ ਵਿਲੀਅਮ ਸਲੀਮ ਦੁਆਰਾ ਲਿਖਿਆ ਹੋਇਆ ਇਹ ਪਾਠ ਨੰਬਰ 4 ਲਿਬਰਟੀ ਐਂਡ ਡਿਸਿਪਲਿਨ। ਬੱਚਿਓ, ਲਿਬਰਟੀ ਹੁੰਦੀ ਹੈ ਆਜ਼ਾਦੀ ਤੇ ਡਿਸਿਪਲਿਨ ਕੀ ਹੁੰਦਾ? ਅਨੁਸ਼ਾਸਨ। ਸੋ ਇਸ ਪੂਰੇ ਚੈਪਟਰ ਦੇ ਵਿੱਚ ਇਹ ਗੱਲ ਕੀਤੀ ਜਾਏਗੀ ਕਿ ਆਜ਼ਾਦੀ ਤੇ ਅਨੁਸ਼ਾਸਨ ਦਾ ਆਪਸ ਵਿੱਚ ਕੋਈ ਸੰਬੰਧ ਹੈ। ਜੇ ਇਹ ਸੰਬੰਧ ਹੈ ਤਾਂ ਕੀ ਸੰਬੰਧ ਹੈ? ਕੀ ਅਨੁਸ਼ਾਸਨ ਦਾ ਮਤਲਬ ਆਜ਼ਾਦੀ ਉੱਤੇ ਰੋਕ ਹੈ ਜਾਂ ਆਜ਼ਾਦੀ ਦਾ ਮਤਲਬ ਅਨੁਸ਼ਾਸਨ ਨਾ ਹੋਣਾ ਹੈ? ਇਹਨਾਂ ਸਾਰੀਆਂ ਗੱਲਾਂ ਬਾਰੇ ਜਵਾਬ ਦਿੱਤਾ ਜਾਏਗਾ। ਸੋ ਆਈ ਬਿਗਿਨ ਦ ਚੈਪਟਰ ਵਿਦ ਯੂ। ਵੈਨ ਯੂ ਗੈਟ ਇਨ ਯੋਰ ਕਾਰ ਔਨ ਯੋਰ ਬਾਈਸਿਕਲ, you can choose where you want to go. This is liberty. So dear students, the writer says that where you want to go, it is liberty. ਜਦੋਂ ਤੁਸੀਂ ਆਪਣੇ ਗੈਰਾਜ 'ਚੋਂ ਆਪਣਾ ਸਾਈਕਲ ਚੱਕ ਕੇ ਤੁਰਨ ਲੱਗਦੇ ਹੋ ਤਾਂ ਤੁਸੀਂ ਕਿੱਥੇ ਜਾਣਾ ਹੈ? ਇਹ ਕੀ ਹੈ? ਆਜ਼ਾਦੀ। But you drive on right through the streets, you will keep to the left of the road. This is discipline. ਤਾਂ ਲੇਖਕ ਦੇ ਅਨੁਸਾਰ ਜਦੋਂ ਤੁਸੀਂ ਉਸ ਸਾਈਕਲ ਨੂੰ ਇੱਕ ਸਲੀਕੇ ਨਾਲ ਚਲਾਓਗੇ, ਨਿਯਮ ਕਾਨੂੰਨਾਂ ਵਿੱਚ ਬੰਨ੍ਹ ਕੇ ਚਲਾਓਗੇ ਅਤੇ ਸੜਕ ਦੇ ਖੱਬੇ ਪਾਸੇ ਚੱਲੋਗੇ, ਇਹ ਕੀ ਹੈ? ਅਨੁਸ਼ਾਸਨ। ਸਿਰਫ ਇੰਨਾ ਸੋਚ ਲੈਣ ਨਾਲ ਕਿ ਮੈਂ ਉੱਥੇ ਪਹੁੰਚਣਾ ਹੈ, ਤੁਸੀਂ ਪਹੁੰਚ ਨਹੀਂ ਜਾਓਗੇ, ਤੁਹਾਨੂੰ ਅਨੁਸ਼ਾਸਨ ਰੱਖਣਾ ਪੈਣਾ। ਸੋ ਦੇਰ ਆਰ 4 ਰੀਜ਼ਨਸ ਵਾਈ ਯੂ ਵਿਲ ਕੀਪ ਟੂ ਦ ਲੈਫਟ। ਖੱਬੇ ਪਾਸੇ ਚੱਲਣ ਦੇ 4 ਕਾਰਨ ਹਨ। ਨੰਬਰ 1, ਯੋਰ ਓਨ ਐਡਵਾਂਟੇਜ। ਇਸ 'ਚ ਤੁਹਾਡਾ ਆਪਣਾ ਫਾਇਦਾ ਹੈ, ਤੁਹਾਡੀ ਆਪਣੀ ਹੀ ਜਾਨ ਬਚੇਗੀ। ਨੰਬਰ 2, ਕੰਸੀਡਰੇਸ਼ਨ ਫॉर ਅਦਰਸ। ਹਾਂ, ਤੁਹਾਡੇ ਖੱਬੇ ਪਾਸੇ ਚੱਲਣ ਨਾਲ ਦੂਸਰਿਆਂ ਨੂੰ ਵੀ ਸੁਵਿਧਾ ਹੋਵੇਗੀ ਅਤੇ ਕੋਈ ਐਕਸੀਡੈਂਟ ਨਹੀਂ ਵਾਪਰੇਗਾ। ਨੰਬਰ 3, ਕੌਨਫੀਡੈਂਸ ਇਨ ਯੋਰ ਫੈਲੋਜ਼। ਤੁਹਾਡੇ ਆਲੇ ਦੁਆਲੇ ਦੇ ਵਿੱਚ ਆਪਸ ਵਿੱਚ ਵੀ ਇੱਕ ਦੂਸਰੇ ਦੇ ਪ੍ਰਤੀ ਵਿਸ਼ਵਾਸ ਵਧੇਗਾ। ਐਂਡ ਲਾਸਟ ਥਿੰਗ, ਫੀਅਰ ਆਫ ਪਨਿਸ਼ਮੈਂਟ। ਤਾਂ ਜਿਹੜਾ ਇੱਕ ਸਜ਼ਾ ਦਾ ਡਰ ਹੈ ਉਹ ਵੀ ਨਹੀਂ ਹੋਏਗਾ, ਕਿਉਂਕਿ ਅਸੀਂ ਨਿਯਮ ਕਾਨੂੰਨ ਨੂੰ ਮੰਨ ਰਹੇ ਹਾਂ ਤਾਂ ਕੋਈ ਵੀ ਟ੍ਰੈਫਿਕ ਪੁਲਿਸ ਸਾਨੂੰ ਨਹੀਂ ਰੋਕੇਗੀ, ਕੋਈ ਚਲਾਨ ਨਹੀਂ ਕੱਟਿਆ ਜਾਏਗਾ। ਸੋ ਆਲ ਥੀਜ਼ ਆਰ 4 ਰੀਜ਼ਨਸ ਟੂ ਬੀ ਡਿਸਿਪਲਿਨਡ ਔਨ ਰੋਡ। Dear students, is discipline only on roads? Should it not be a part of each and every scene of your life? Let us try to understand. It is the relative weight which we give to each of these reasons that decides what sort of discipline we have. ਤਾਂ ਹੁਣ ਇਹਨਾਂ 4 ਕਾਰਨਾਂ ਵਿੱਚੋਂ ਕੋਈ ਇੱਕ ਕਾਰਨ ਖਾਸ ਹੋ ਸਕਦਾ ਹੈ ਜੋ ਤੁਹਾਡਾ ਜਾਂ ਮੇਰਾ ਹਰਮਨ ਪਿਆਰਾ ਕਾਰਨ ਹੋ ਸਕਦਾ ਹੈ। ਮੰਨ ਲਓ ਮੈਂ ਇਸ ਲਈ ਖੱਬੇ ਪਾਸੇ ਚੱਲਾਂ ਕਿ ਇਸ 'ਚ ਮੇਰਾ ਫਾਇਦਾ ਹੈ ਅਤੇ ਦੂਸਰਿਆਂ ਨੂੰ ਸੁਵਿਧਾ ਹੈ, ਤਾਂ ਇਹ ਕਾਰਨ ਇੱਕ ਵੱਖਰਾ ਡਿਸਿਪਲਿਨ ਹੋਇਆ। ਔਰ ਜੇ ਮੈਂ ਸਿਰਫ ਇਸ ਲਈ ਅਨੁਸ਼ਾਸਨ ਰੱਖਾਂ ਕਿ ਮੈਨੂੰ ਕੋਈ ਸਜ਼ਾ ਨਾ ਮਿਲੇ ਜਾਂ ਚਲਾਨ ਨਾ ਕੱਟਿਆ ਜਾਏ, ਮੈਂ ਸੀਟ ਬੈਲਟ ਲਾ ਲਾਂ, ਚਲਾਨ ਨਾ ਕੱਟਿਆ ਜਾਏ, ਮੈਂ ਮਾਸਕ ਪਾ ਲਾਂ, 500 ਦਾ ਚਲਾਨ ਨਾ ਕੱਟਿਆ ਜਾਏ, ਜਿਸ 'ਚ ਮੇਰਾ ਧਿਆਨ ਮੇਰੀ ਸੁਰੱਖਿਆ, ਦੂਜਿਆਂ ਦੀ ਸੁਰੱਖਿਆ 'ਤੇ ਨਹੀਂ ਹੈ, ਸਿਰਫ ਅਤੇ ਸਿਰਫ ਸਜ਼ਾ 'ਤੇ ਹੈ, ਤਾਂ ਇਹ ਵੱਖਰੀ ਤਰ੍ਹਾਂ ਦਾ ਡਿਸਿਪਲਿਨ ਹੈ। ਐਂਡ ਦੈਟ ਕੈਨ ਵੇਰੀ ਫਰੋਮ pure self-discipline of the Sermon on the Mount to the discipline of the concentration camp, the enforced discipline of fear. ਇਸ ਲਈ ਉਹ ਕਹਿੰਦੇ ਹਨ ਲੇਖਕ ਅਨੁਸਾਰ, ਜਦੋਂ ਤੁਸੀਂ ਚਰਚ, ਗੁਰਦੁਆਰਾ
ਜਾਂ ਮੰਦਰ ਜਾਂ ਮਸਜਿਦ ਵਿੱਚ ਜਾਂਦੇ ਹੋ, ਉੱਥੇ ਜਿਹੜਾ ਤੁਸੀਂ ਅਨੁਸ਼ਾਸਨ ਰੱਖਦੇ ਹੋ ਉਹ ਪਹਿਲੇ ਦੋ ਕਾਰਨਾਂ ਵਾਲਾ ਅਨੁਸ਼ਾਸਨ ਹੈ, ਯਾਨੀ ਕਿ ਸਵੈ ਅਨੁਸ਼ਾਸਨ ਹੈ, ਯਾਨੀ ਕਿ ਜਿੱਥੇ ਕੋਈ ਸਾਨੂੰ ਮਜਬੂਰ ਨਹੀਂ ਕਰ ਰਿਹਾ, ਆਪਣੀ ਇੱਛਾ ਨਾਲ ਅਸੀਂ ਚੁੱਪ ਕਰਦੇ ਹਾਂ ਅਤੇ ਮਰਿਆਦਿਤ ਰਹਿੰਦੇ ਹਾਂ। ਲੇਕਿਨ ਜਿਹੜਾ ਆਖਰੀ ਕਾਰਨ ਵਾਲਾ ਅਨੁਸ਼ਾਸਨ ਹੈ, ਯਾਨੀ ਕਿ ਸਜ਼ਾ ਦੇ ਡਰ ਤੋਂ ਜਿਹੜਾ ਅਸੀਂ ਅਨੁਸ਼ਾਸਨ ਰੱਖਦੇ ਹਾਂ, ਉਹ ਕਿਸ ਤਰ੍ਹਾਂ ਦਾ ਅਨੁਸ਼ਾਸਨ ਹੈ? ਜਿਹੜਾ ਕਿ ਫੌਜੀਆਂ ਨੂੰ ਜ਼ਬਰਦਸਤੀ ਥੋਪ ਕੇ ਰਖਾਇਆ ਜਾਂਦਾ ਹੈ, ਜਾਂ ਕੌਨਸੈਂਟਰੇਸ਼ਨ ਕੈਂਪਾਂ ਦੇ ਵਿੱਚ ਜਿੱਥੇ ਬਾਗੀਆਂ ਨੂੰ ਰੱਖ ਕੇ ਉਹਨਾਂ ਨੂੰ ਪ੍ਰਤਾੜਿਤ ਕੀਤਾ ਜਾਂਦਾ ਹੈ, ਉਹਨਾਂ ਨੂੰ ਰਖਾਇਆ ਜਾਂਦਾ ਹੈ। ਉਸ ਦੇ ਵਿੱਚ ਆਜ਼ਾਦੀ ਘੱਟ ਅਤੇ ਤੁਹਾਡੀ ਆਜ਼ਾਦੀ ਉੱਤੇ ਰੋਕ ਜ਼ਿਆਦਾ ਹੁੰਦੀ ਹੈ। So now the writer wants to discuss this idea. We believe in freedom to think what we like, say what we like, work at what we like, and go where we like. So the writer wants to say that all these things are known as freedom in public. ਲੋਕ ਇਹ ਮੰਨਦੇ ਹਨ ਕਿ ਆਜ਼ਾਦ ਹੋਣ ਦਾ ਮਤਲਬ ਹੈ ਕਿ ਅਸੀਂ ਉਹੀ ਸੋਚੀਏ ਜੋ ਅਸੀਂ ਚਾਹੁੰਦੇ ਹੋਈਏ, ਅਸੀਂ ਉਹੀ ਬੋਲੀਏ ਜੋ ਸਾਨੂੰ ਪਸੰਦ ਹੋਵੇ, ਅਸੀਂ ਉਹੀ ਕੰਮ ਕਰੀਏ ਜੋ ਕੰਮ ਕਰਨਾ ਸਾਨੂੰ ਪਸੰਦ ਹੋਵੇ, ਅਸੀਂ ਉੱਥੇ ਹੀ ਚਾਹੀਏ ਜਿੱਥੇ ਜਾਣਾ ਸਾਨੂੰ ਪਸੰਦ ਹੋਵੇ। So discipline is a restraint on liberty, so many of us have a natural inclination to avoid it. ਇਸ ਲਈ ਜ਼ਿਆਦਾਤਰ ਲੋਕਾਂ ਨੂੰ ਸਾਨੂੰ ਇਹ ਲੱਗਦਾ ਹੈ ਕਿ ਅਨੁਸ਼ਾਸਨ ਦਾ ਮਤਲਬ ਹੈ ਮੇਰੀ ਆਜ਼ਾਦੀ 'ਤੇ ਰੋਕ ਲੱਗੇਗੀ, ਇਸ ਲਈ ਅਸੀਂ ਜ਼ਿਆਦਾਤਰ ਚਾਹੁੰਦੇ ਹੀ ਨਹੀਂ ਕਿ ਅਨੁਸ਼ਾਸਨ ਦੇ ਨਾਲ ਆਪਣੀ ਆਜ਼ਾਦੀ ਖਰਾਬ ਕਰੀਏ, ਬਟ ਵੀ ਕੈਨ ਨਾਟ। ਪਰ ਫਿਰ ਵੀ ਸਾਨੂੰ ਅਨੁਸ਼ਾਸਿਤ ਹੋਣਾ ਪੈਂਦਾ ਹੈ, ਅਸੀਂ ਇਸ ਨੂੰ ਅਵੋਇਡ ਨਹੀਂ ਕਰ ਸਕਦੇ, ਅਸੀਂ ਇਸ ਨੂੰ ਅੱਖੋਂ ਪਰੋਖੇ ਨਹੀਂ ਕਰ ਸਕਦੇ। ਸੋ ਡਿਸਿਪਲਿਨ ਇਜ਼ ਦੇਅਰ ਫਰੋਮ ਦ ਪ੍ਰੀ ਹਿਸਟੋਰਿਕ ਪੀਰੀਅਡ। ਜਦੋਂ ਅਸੀਂ ਬਿਲਕੁਲ ਪੱਥਰ ਯੁੱਗ ਤੋਂ ਵੀ ਪਹਿਲਾਂ ਦੀਆਂ ਗੱਲਾਂ ਕਰਦੇ ਹਾਂ, ਜਦੋਂ ਦਾ ਇਤਿਹਾਸ ਵੀ ਸਾਡੇ ਕੋਲ ਨਹੀਂ ਹੈਗਾ, ਲੇਕਿਨ ਉਦੋਂ ਤੋਂ ਸਾਡੇ ਨਾਲ ਨਾਲ ਇੱਕ ਚੀਜ਼ ਚੱਲੀ ਆ ਰਹੀ ਹੈ, ਅਨੁਸ਼ਾਸਨ। ਇਸੇ ਅਨੁਸ਼ਾਸਨ ਨੇ ਗੁਫਾ ਵਿੱਚ ਰਹਿਣ ਵਾਲੇ ਮਨੁੱਖ ਨੂੰ ਸ਼ਹਿਰਾਂ ਵਿੱਚ, ਪਿੰਡਾਂ ਵਿੱਚ ਰਹਿਣ ਵਾਲਾ ਮਨੁੱਖ ਬਣਾ ਦਿੱਤਾ। All history teaches that when through either idleness, weakness of faction, the sense of order fades in a nation, its economic life sinks into decay. ਇਸ ਲਈ ਲੇਖਕ ਦੇ ਅਨੁਸਾਰ ਜਦੋਂ ਕਿਸੇ ਵੀ ਦੇਸ਼ ਦੇ ਵਿੱਚ ਵੇਲੜਪਣਾ ਵੱਧ ਜਾਂਦਾ ਹੈ, ਕਮਜ਼ੋਰੀ ਵੱਧ ਜਾਂਦੀ ਹੈ, ਤਾਂ ਉਹ ਦੇਸ਼ ਬਰਬਾਦੀ ਵੱਲ ਚਲਾ ਜਾਂਦਾ ਹੈ। ਉਸ ਦੀ ਜਿਹੜੀ ਆਰਥਿਕ ਵਿਵਸਥਾ ਹੈ ਉਹ ਬਿਲਕੁਲ ਬਰਬਾਦ ਹੋ ਜਾਂਦੀ ਹੈ, ਔਰ ਇਸ ਤਰੀਕੇ ਨਾਲ ਉਸ ਦੇਸ਼ ਦੇ ਲੋਕਾਂ ਦਾ ਸਟੈਂਡਰਡ ਆਫ ਲਿਵਿੰਗ ਫਾਲਸ ਐਂਡ ਸਿਕਿਉਰਿਟੀ ਵੈਨਿਸ਼ਿਜ਼। ਉੱਥੋਂ ਦੇ ਲੋਕਾਂ ਦਾ ਜੀਵਨ ਦਾ ਪੱਧਰ ਡਿੱਗ ਜਾਂਦਾ ਹੈ ਅਤੇ ਉਹਨਾਂ ਦੀ ਸੁਰੱਖਿਆ ਬਿਲਕੁਲ ਖਤਮ ਹੋ ਜਾਂਦੀ ਹੈ। These two things happen, okay? Either some more virile militant power steps to impose its own brand of discipline, or a dictator arises and clamps down the iron control of the police state. ਸੋ ਲੇਖਕ ਕਹਿੰਦਾ ਹੈ ਕਿ ਅਜਿਹੇ ਦੇਸ਼ 'ਚ ਫਿਰ ਕੀ ਹੋਵੇਗਾ? ਜਦੋਂ ਅਰਥ ਵਿਵਸਥਾ ਡਿੱਗੇਗੀ, ਜਦੋਂ ਗੁੰਡਾ ਰਾਜ ਵੱਧ ਜਾਏਗਾ, ਤਾਂ ਫਿਰ ਪੁਲਿਸ ਵੀ ਆਪਣੀ ਮਨਮਾਨੀਆਂ ਕਰੇਗੀ, ਲੋਕ ਵੀ ਮਨਮਾਨੀਆਂ ਕਰਨਗੇ, ਔਰ ਹੋ ਸਕਦਾ ਹੈ ਕਿ ਉੱਥੇ ਕੋਈ ਤਾਨਾਸ਼ਾਹ ਆ ਕੇ ਕਬਜ਼ਾ ਕਰ ਲੇ, ਅਤੇ ਫਿਰ ਉਹ ਆ ਕੇ ਕੀ ਕਰੇਗਾ? ਡਿਸਿਪਲਿਨ ਇਜ਼ ਅਗੇਨ ਐਨਫੋਰਸਡ। ਇੱਕ ਵਾਰ ਫਿਰ ਅਨੁਸ਼ਾਸਨ ਜ਼ਬਰਦਸਤੀ ਥੋਪਿਆ ਜਾਏਗਾ। The problem is not shall we accept discipline? Sooner or later we have to. It is how shall we accept it? ਤਾਂ ਲੇਖਕ ਕਹਿੰਦਾ ਕਿ ਸਾਡੀ ਸਮੱਸਿਆ ਇਹ ਨਹੀਂ, ਅਸੀਂ ਇਹ ਨਹੀਂ ਸੋਚਣਾ ਕਿ ਕੀ ਅਨੁਸ਼ਾਸਨ ਹੋਣਾ ਚਾਹੀਦਾ ਹੈ ਕਿ ਨਹੀਂ ਹੋਣਾ ਚਾਹੀਦਾ, ਉਹ ਤਾਂ ਹੋਣਾ ਹੀ ਚਾਹੀਦਾ, ਬਹੁਤ ਜ਼ਰੂਰੀ ਹੈ। ਲੇਕਿਨ ਅਸੀਂ ਸੋਚਣਾ ਕੀ ਹੈ? ਹਾਊ ਸ਼ੈਲ ਵੀ ਐਕਸੈਪਟ ਇਟ, ਕਿਸ ਤਰ੍ਹਾਂ ਦਾ ਅਨੁਸ਼ਾਸਨ ਹੋਵੇ? ਇੰਟਰਨਲ ਡਿਸਿਪਲਿਨ ਹੋਵੇ ਜਾਂ ਐਕਸਟਰਨਲ ਡਿਸਿਪਲਿਨ ਹੋਵੇ? ਸਾਡੇ ਮਨੋਬਲ ਨਾਲ ਅੰਦਰੂਨੀ ਅਨੁਸ਼ਾਸਨ ਹੋਵੇ ਜਾਂ ਡੰਡੇ ਨਾਲ ਬਾਹਰੀ ਅਨੁਸ਼ਾਸਨ ਹੋਵੇ? ਸ਼ੈਲ ਇਟ ਕਮ ਫਰੋਮ ਵਿਦਾਊਟ ਔਰ ਫਰੋਮ ਵਿਦਇਨ? ਕੀ ਅਨੁਸ਼ਾਸਨ ਬਾਹਰੋਂ ਥੋਪਿਆ ਜਾਵੇ ਜਾਂ ਸਾਡੇ ਅੰਦਰੋਂ ਹੀ ਆਵੇ? Shall it be imposed by physical violence and fear, by grim economic necessity,
or accepted by consent and understanding। ਕੀ ਅਨੁਸ਼ਾਸਨ ਸਾਡੀ ਇੱਛਾ ਨਾਲ ਹੋਵੇ ਜਾਂ ਕਿਸੇ ਤਰ੍ਹਾਂ ਦੇ ਡਰ ਨਾਲ ਹੋਵੇ। The word discipline for some flashes on the screen of the mind, a jack-booted commissioner bawling commands across the barrack square at trampling squad. But that is dictatorship, not discipline. The voluntary reason discipline accepted by free, intelligent men and women is another thing. It is binding on all, from top to bottom। ਇਸ ਲਈ ਲੇਖਕ ਸਾਨੂੰ ਕੀ ਕਹਿ ਰਿਹਾ ਹੈ, ਅਨੁਸ਼ਾਸਨ ਦਾ ਮਤਲਬ ਇਹ ਬਿਲਕੁਲ ਨਹੀਂ ਹੈ ਕਿ ਸੂਟਡ ਬੂਟਡ ਮਿਲਟਰੀ ਜਾਂ ਪੁਲਿਸ ਸਾਡੇ ਲਈ ਤੁਰੀ ਫਿਰਦੀ ਹੈ, ਉਹਨਾਂ ਨੂੰ ਵੇਖ ਕੇ ਅਸੀਂ ਅਨੁਸ਼ਾਸਿਤ ਹਾਂ। ਇਹ ਅਨੁਸ਼ਾਸਨ ਨਹੀਂ ਹੈ, ਇਹ ਤਾਂ ਡਿਕਟੇਟਰਸ਼ਿਪ ਹੈ। ਅਨੁਸ਼ਾਸਨ ਕੀ ਹੈ, ਜਦੋਂ ਅਸੀਂ ਵੋਲੰਟਰੀ ਯਾਨੀ ਕਿ ਆਪਣੀ ਇੱਛਾ ਨਾਲ ਅਨੁਸ਼ਾਸਨ ਲਈ ਤਿਆਰ ਹੋ ਜਾਂਦੇ ਹਾਂ, ਆਜ਼ਾਦੀ ਪੂਰੀ ਮਿਲਦੀ ਹੈ, ਫਿਰ ਵੀ ਅਸੀਂ ਬੁੱਧੀਮਾਨ ਆਦਮੀ ਤੇ ਔਰਤਾਂ ਦੀ ਤਰ੍ਹਾਂ ਉਸ ਆਜ਼ਾਦੀ ਨੂੰ ਸਹੀ ਤਰੀਕੇ ਨਾਲ ਇਸਤੇਮਾਲ ਕਰਦੇ ਹਾਂ ਤੇ ਵੱਡੇ ਤੋਂ ਵੱਡੇ ਅਫਸਰ ਤੋਂ ਲੈ ਕੇ ਛੋਟੇ ਤੋਂ ਛੋਟੇ ਕਾਮੇ ਤੱਕ ਅਨੁਸ਼ਾਸਨ ਅੰਦਰੂਨੀ ਤੌਰ ਤੇ ਲਾਗੂ ਕੀਤਾ ਜਾਂਦਾ ਹੈ। Now the writer shares an incident. It is about a brand new second lieutenant. He was walking on parade. A private soldier passed him and saluted. He acknowledged his salute with an airy wave. Suddenly behind him, a voice rasped out his name. He spun round and there was his colonel. And then the colonel said that he did not respond the salute in a proper way. So, at the end of 10 minutes, the colonel will see if he learnt to return a salute or not. So he got the punishment that he has to practice saluting until he knew how to return a salute। ਤਾਂ ਇੱਥੇ ਲੇਖਕ ਦੱਸਦਾ ਹੈ ਇੱਕ ਘਟਨਾ ਆਪਣੇ ਬਾਰੇ ਕਿ ਜਦੋਂ ਨਵਾਂ ਸੈਕਿੰਡ ਲੈਫਟੀਨੈਂਟ ਬਣਿਆ, ਉਸ ਨੂੰ ਇੱਕ ਸਿਪਾਹੀ ਨੇ ਸਲੂਟ ਕੀਤਾ। ਸਲੂਟ ਦਾ ਜਵਾਬ ਉਸਨੇ ਹੱਥ ਹਿਲਾ ਕੇ ਦੇ ਦਿੱਤਾ, ਸਲੂਟ ਦਾ ਜਵਾਬ ਸਹੀ ਤਰੀਕੇ ਨਾਲ ਨਹੀਂ ਦਿੱਤਾ। ਤਾਂ ਫਿਰ ਕੀ ਹੋਇਆ, ਉਸ ਦੇ ਕਰਨਲ ਨੇ ਦੇਖ ਲਿਆ, ਕਰਨਲ ਨੇ ਉਹਨੂੰ ਸਜ਼ਾ ਦਿੱਤੀ। ਜਿੰਨੀ ਦੇਰ ਤੂੰ ਸਹੀ ਤਰੀਕੇ ਨਾਲ ਸਲੂਟ ਦਾ ਜਵਾਬ ਦੇਣਾ ਨਹੀਂ ਸਿੱਖੇਗਾ, ਤੂੰ ਇੱਥੇ ਹੀ ਖੜ ਕੇ ਸਲੂਟ ਦਾ ਜਵਾਬ ਦੇਣ ਦੀ ਪ੍ਰੈਕਟਿਸ ਕਰ। ਔਰ 10 ਮਿੰਟ ਬਾਅਦ ਕੀ ਕਿਹਾ, all he said was, now remember discipline begins with officers। ਹੁਣ ਯਾਦ ਰੱਖਣਾ ਅਨੁਸ਼ਾਸਨ ਕਿੱਥੋਂ ਸ਼ੁਰੂ ਹੁੰਦਾ ਹੈ, ਅਫਸਰਾਂ ਤੋਂ। and so it does, ਅਤੇ ਅਜਿਹਾ ਹੀ ਹੁੰਦਾ ਹੈ। So the person who is leading, the leader must be ready not only to accept a higher degree of responsibility but a serve a standard of self-discipline than those he leads। ਇਸ ਲਈ ਜਦੋਂ ਵੀ ਕੋਈ ਲੀਡਰ ਬਣਦਾ ਹੈ, ਕਿਸੇ ਦੀ ਅਗਵਾਈ ਕਰਨ ਜਾਂਦਾ ਹੈ, ਤਾਂ ਉਸ ਨੂੰ ਡਿਸਿਪਲਿਨ ਸਭ ਤੋਂ ਪਹਿਲਾਂ ਆਪਣੇ ਉੱਪਰ ਲਾਗੂ ਕਰਨਾ ਚਾਹੀਦਾ ਹੈ, ਆਪਣੇ ਆਪ ਨੂੰ ਉਦਾਹਰਨ ਦੇ ਤੌਰ 'ਤੇ ਪੇਸ਼ ਕਰਨਾ ਚਾਹੀਦਾ ਹੈ। ਇਹ ਜ਼ਿੰਮੇਵਾਰੀ ਇੰਨੀ ਵਧੀਆ ਤਰੀਕੇ ਨਾਲ ਨਿਭਾਉਣੀ ਚਾਹੀਦੀ ਹੈ ਕਿ ਬਾਕੀ ਲੋਕ ਆਪਣੇ ਆਪ ਹੀ ਸਵੈ ਅਨੁਸ਼ਾਸਿਤ ਹੋ ਜਾਣ। If you hold a position of authority, whether you are the managing director or the charge head, you must impose discipline on yourself first। ਇਸ ਲਈ ਜਦੋਂ ਕਿਸੇ 'ਤੇ ਵੀ ਇਹ ਸਵਾਲ ਆਉਂਦਾ ਹੈ ਕਿ ਅਨੁਸ਼ਾਸਨ ਕਿੱਥੋਂ ਸ਼ੁਰੂ ਕਰਨਾ ਹੈ, ਦੂਸਰੇ ਲੋਕਾਂ ਤੋਂ ਸ਼ੁਰੂ ਕਰਨਾ ਹੈ ਜਾਂ ਖੁਦ ਤੋਂ ਸ਼ੁਰੂ ਕਰਨਾ ਹੈ, ਤਾਂ ਲੇਖਕ ਕਹਿੰਦਾ ਹੈ ਕਿ ਅਨੁਸ਼ਾਸਨ ਤੁਸੀਂ ਹਮੇਸ਼ਾ ਖੁਦ ਤੋਂ ਸ਼ੁਰੂ ਕਰੋ। ਚਾਹੇ ਤੁਸੀਂ ਮੈਨੇਜਿੰਗ ਡਾਇਰੈਕਟਰ ਹੋ ਜਾਂ ਕਿਸੇ ਵੀ ਕੰਮ ਦੇ ਹੈੱਡ ਹੋ, ਤੁਸੀਂ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਅਨੁਸ਼ਾਸਿਤ ਕਰੋਗੇ। then forget the easy way of trying to enforce it on others। ਅਗਰ ਤੁਸੀਂ ਖੁਦ ਹੀ ਅਨੁਸ਼ਾਸਿਤ ਨਹੀਂ ਹੋਗੇ ਤਾਂ ਤੁਸੀਂ ਦੂਸਰਿਆਂ ਨੂੰ ਅਨੁਸ਼ਾਸਨ ਆਪਣੇ ਆਰਡਰਸ ਦੁਆਰਾ ਤੇ ਆਰਡਰਸ ਨੂੰ ਓਬੇ ਕਰਨ ਦੁਆਰਾ ਇਹ ਸੋਚ ਕੇ ਲਾਗੂ ਨਹੀਂ ਕਰ ਸਕਦੇ। you will give orders and you will see they are obeyed। ਹਾਲਾਂਕਿ ਤੁਸੀਂ ਹੁਕਮ ਦਿਓਗੇ, ਤੁਹਾਡਾ ਹੁਕਮ ਮੰਨਿਆ ਵੀ ਜਾਊਗਾ, but you will only build up the leadership of your team on the discipline of understanding। ਪਰ ਤੁਸੀਂ ਆਪਣੀ ਟੀਮ ਦੀ ਅਗਵਾਈ ਵਧੀਆ ਤਰੀਕੇ ਨਾਲ ਕਦੋਂ ਕਰ ਸਕੋਗੇ, ਜਦੋਂ ਤੁਸੀਂ ਪੂਰੀ ਸਮਝ ਬੂਝ ਦੇ ਨਾਲ ਇਸ ਅਨੁਸ਼ਾਸਨ ਨੂੰ ਉਹਨਾਂ ਦੇ ਅੰਦਰ ਇਨਸਟਿਲ ਕਰਕੇ ਲਾਗੂ ਕਰਵਾਓਗੇ। ਸੋ
The writer wants to say that discipline is not like the discipline of the soldiers. It is not blind obedience. ਸੋ ਅਨੁਸ਼ਾਸਨ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਚੁੱਪਚਾਪ ਕਿਸੇ ਦੀਆਂ ਗੱਲਾਂ ਨੂੰ ਬਿਲਕੁਲ ਅੱਖਾਂ ਬੰਦ ਕਰਕੇ ਮੰਨਦੇ ਰਹਿਣਾ ਹੈ। Cromwell demanded that every man in his new model army should know what he fights for and love what he knows। ਤਾਂ ਇੱਕ ਅਜਿਹੇ ਓਲੀਵਰ ਕ੍ਰੋਮਵੈਲ ਨਾਂ ਦੇ ਲਿਖਾਰੀ ਵੀ ਹੋਏ ਤੇ ਉਹ ਆਰਮੀਮੈਨ ਵੀ ਹੋਏ, ਜਿਨ੍ਹਾਂ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਮੇਰੀ ਆਰਮੀ ਮਾਡਲ ਆਰਮੀ ਹੋਵੇ। ਔਰ ਮਾਡਲ ਆਰਮੀ ਕਿਹੋ ਜਿਹੀ ਹੈ? ਜੋ ਸਿਰਫ ਇਹ ਹੁਕਮ ਸੁਣ ਕੇ ਨਹੀਂ ਲੜਦੀ ਕਿ ਫਾਈਟ। ਉਹ ਕਿਉਂ ਲੜਦੀ ਹੈ? ਕਿਉਂਕਿ ਆਰਮੀ ਨੋਜ਼ ਵਾਟ ਹੀ ਫਾਈਟਸ ਫਾਰ, ਕਿਉਂਕਿ ਉਹਨਾਂ ਨੂੰ ਆਪਣੇ ਲੜਨ ਦਾ ਕਾਰਨ ਪਤਾ ਹੁੰਦਾ ਹੈ, ਅਸੀਂ ਕਿਸ ਲਈ ਲੜ ਰਹੇ ਹਾਂ। ਐਂਡ ਲਵ ਵਟ ਹੀ ਨੋਜ਼, ਅਤੇ ਉਸ ਕਾਰਨ ਨੂੰ ਉਹ ਪਿਆਰ ਵੀ ਕਰਦੇ ਹੋਣ। ਸਬਸਟੀਚਿਊਟ ਵਰਕ ਫॉर ਫਾਈਟ, ਇਸ ਲਈ ਆਪਣਾ ਜਦੋਂ ਤੁਸੀਂ ਲੜਾਈ ਜਾਂ ਕੰਮ ਦੋਨਾਂ 'ਚੋਂ ਇੱਕ ਸ਼ਬਦ ਇਸਤੇਮਾਲ ਕਰਨਾ ਹੈ ਤਾਂ ਕਿਹੜਾ ਸ਼ਬਦ ਇਸਤੇਮਾਲ ਕਰੋ? ਕੰਮ, ਨਾ ਕਿ ਲੜਾਈ। And you have the essence of industrial discipline too, to know what you work for and to love what you know। ਇਸ ਲਈ ਅਸਲੀ ਡਿਸਿਪਲਿਨ ਕਦੋਂ ਆਉਂਦਾ ਹੈ, ਅਸਲੀ ਅਨੁਸ਼ਾਸਨ ਕਦੋਂ ਆਉਂਦਾ ਹੈ? ਜਦੋਂ ਤੁਹਾਨੂੰ ਇਹ ਪਤਾ ਹੋਵੇ ਤੁਸੀਂ ਕਿਸ ਵਜ੍ਹਾ ਨਾਲ ਕੰਮ ਕਰ ਰਹੇ ਹੋ ਤੇ ਤੁਸੀਂ ਉਸ ਕੰਮ ਨੂੰ ਪਿਆਰ ਕਰਦੇ ਹੋਵੋ। It is only discipline that enables men to live in a community yet retain individual liberty। ਇਸ ਲਈ ਸਿਰਫ ਅਨੁਸ਼ਾਸਨ ਹੀ ਹੈ ਜਿਸ ਦੇ ਨਾਲ ਕਿਸੇ ਵੀ ਸੰਪਰਦਾਇ ਦੇ ਵਿੱਚ ਪੂਰੇ ਤਰੀਕੇ ਨਾਲ ਸਾਰੇ ਲੋਕ ਵਧੀਆ ਵੀ ਰਹਿੰਦੇ ਨੇ ਤੇ ਸਭ ਨੂੰ ਆਪਣੇ ਆਪਣੇ ਹਿੱਸੇ ਦੀ ਆਜ਼ਾਦੀ ਵੀ ਮਿਲਦੀ ਹੈ। Sweep away or undermine discipline and security for weak and the poor vanishes। ਅਗਰ ਅਸੀਂ ਆਪਣੇ ਸਮਾਜ ਦੇ ਵਿੱਚੋਂ ਅੱਜ ਅਨੁਸ਼ਾਸਨ ਹਟਾ ਦਈਏ ਤਾਂ ਕਮਜ਼ੋਰ ਦੇ ਉੱਤੇ ਸਾਰੇ ਤਾਕਤਵਰ ਲੋਕ ਹਮਲਾ ਕਰ ਦੇਣਗੇ ਅਤੇ ਕਮਜ਼ੋਰ ਅਤੇ ਗਰੀਬ ਲੋਕਾਂ ਦੀ ਸੁਰੱਖਿਆ ਇੱਕਦਮ ਖਤਮ ਹੋ ਜਾਏਗੀ। That is why, far from it being derogatory for any man or woman voluntarily to accept discipline, it is ennobling। ਇਸ ਲਈ ਜੇ ਅਸੀਂ ਅਨੁਸ਼ਾਸਨ 'ਚ ਰਹਿ ਕੇ ਕਿਸੇ ਵੀ ਕੰਮ ਨੂੰ ਕਰਾਂਗੇ, ਸਮਾਜ 'ਚ ਵਿਚਰਾਂਗੇ, ਤਾਂ ਇਹ ਸਿਰਫ ਇੱਕ ਅਸੀਂ ਆਪਣੇ ਫਰਜ਼ ਦੀ ਪੂਰਤੀ ਨਹੀਂ ਕਰ ਰਹੇ ਬਲਕਿ ਇੱਕ ਨੇਕ ਕੰਮ ਵੀ ਕਰ ਰਹੇ ਹਾਂ। Totalitarian discipline with its slogan shouting masses is deliberately designed to submerge the individual। ਪਰ ਇਸ ਤੋਂ ਉਲਟ ਜਦੋਂ ਕਿਸੇ ਡਿਕਟੇਟਰ ਦੁਆਰਾ ਕਿਸੇ ਖਾਸ ਤਰ੍ਹਾਂ ਦਾ ਅਨੁਸ਼ਾਸਨ ਥੋਪਿਆ ਜਾਂਦਾ ਹੈ, ਲੋਕਾਂ ਦੀ ਆਜ਼ਾਦੀ ਛੀਨ ਲਈ ਜਾਂਦੀ ਹੈ, ਤਾਂ ਇਸ ਨੂੰ ਅਸੀਂ ਨਾਰਿਆਂ ਨਾਲ ਥੋਪਿਆ ਹੋਇਆ ਵਧੀਆ ਕਿਸਮ ਦਾ ਅਨੁਸ਼ਾਸਨ ਨਹੀਂ ਮੰਨਾਂਗੇ। The discipline a man imposes on himself because he believes intelligently that it helps him to get a worthwhile job done to his own and his country's benefit fosters character and initiative। ਇਸ ਲਈ ਜਦੋਂ ਕਿਸੇ ਦੇਸ਼ ਦੇ ਮਨੁੱਖ ਥੋਪਿਆ ਹੋਇਆ ਅਨੁਸ਼ਾਸਨ ਨਾ ਮੰਨ ਕੇ ਅੰਦਰੂਨੀ ਤੌਰ 'ਤੇ ਹੀ ਇੰਨੇ ਜ਼ਿਆਦਾ ਮੋਟੀਵੇਟਡ ਹੁੰਦੇ ਹਨ, ਇੰਨੇ ਜ਼ਿਆਦਾ ਹੁਸ਼ਿਆਰ ਹੁੰਦੇ ਹਨ ਕਿ ਉਹਨਾਂ ਨੂੰ ਵਜ੍ਹਾ ਪਤਾ ਹੁੰਦੀ ਹੈ ਆਪਣੇ ਅਨੁਸ਼ਾਸਿਤ ਰਹਿਣ ਦੀ, ਅਤੇ ਉਹ ਇਸ ਲਈ ਅਨੁਸ਼ਾਸਿਤ ਹੁੰਦੇ ਹਨ ਕਿ ਉਹਨਾਂ ਨੇ ਵਧੀਆ ਕੰਮ ਕਰਨਾ ਹੈ, ਆਪਣਾ ਅਤੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਨਾ ਹੈ, ਆਪਣਾ ਕਿਰਦਾਰ ਵਧੀਆ ਬਣਾਉਣਾ ਹੈ ਅਤੇ ਚੰਗੇ ਕੰਮਾਂ ਦੀ ਸ਼ੁਰੂਆਤ ਕਰਨੀ ਹੈ। ਤਾਂ ਇਹ ਅਨੁਸ਼ਾਸਨ ਸਭ ਤੋਂ ਵਧੀਆ ਅਨੁਸ਼ਾਸਨ ਹੈ। It makes a man do his work without being watched because it is worth doing। ਇਸ ਲਈ ਅੰਦਰੂਨੀ ਅਨੁਸ਼ਾਸਨ ਨਾਲ ਕੋਈ ਮਨੁੱਖ ਉਦੋਂ ਵੀ ਕੰਮ ਕਰਦਾ ਹੈ ਜਦੋਂ ਉਸ ਨੂੰ ਕੋਈ ਦੇਖ ਨਹੀਂ ਰਿਹਾ, ਕਿਉਂਕਿ ਉਸ ਨੂੰ ਪਤਾ ਹੈ ਇਹ ਕੰਮ ਕਰਨਾ ਜ਼ਰੂਰੀ ਹੈ, ਇਸ 'ਚ ਮੇਰਾ ਅਤੇ ਦੂਸਰਿਆਂ ਦਾ ਫਾਇਦਾ ਹੈ। It makes a man do his work without being watched। ਇਸ ਲਈ ਅਗਰ ਕੋਈ ਉਸ ਨੂੰ ਨਹੀਂ ਵੀ ਦੇਖੇਗਾ ਤਾਂ ਵੀ ਉਹ ਆਪਣਾ ਕੰਮ ਇਮਾਨਦਾਰੀ ਨਾਲ ਹੀ ਕਰੇਗਾ। In the blitz of late war, not a man of the thousands of British railway signalmen ever left his post। ਹੁਣ ਲੇਖਕ ਇੱਕ ਹੋਰ ਘਟਨਾ ਬਾਰੇ ਦੱਸ ਰਿਹਾ ਹੈ। ਉਹ ਯੁੱਧ ਦੌਰਾਨ ਹੋਈ। ਕਿਸੇ ਵੀ ਬ੍ਰਿਟਿਸ਼ ਦੇ ਰੇਲਵੇ ਸਿਗਨਲਮੈਨ ਨੇ ਯੁੱਧ ਦੇ ਦੌਰਾਨ ਵੀ ਆਪਣਾ ਪੋਸਟ ਦਾ ਸਥਾਨ ਨਹੀਂ ਛੱਡਿਆ। They stood often in the heart of the target areas। ਕਈ ਵਾਰੀ ਇਹ ਬੰਬਾਰੀ ਦੇ ਖੇਤਰਾਂ ਦੇ ਬਿਲਕੁਲ ਵਿੱਚੋਂ ਵਿੱਚ ਖੜੇ ਹੁੰਦੇ।
ਕੁਕਡ ਅਪ ਇਨ ਫਲਿਮਜ਼ੀ ਬਿਲਡਿੰਗਸ, ਉਹਨਾਂ ਦੇ ਆਲੇ ਦੁਆਲੇ ਸਾਰੀਆਂ ਬਿਲਡਿੰਗਸ ਬੰਬਾਰੀ ਨਾਲ ਜਲ ਰਹੀਆਂ ਹੁੰਦੀਆਂ, ਸਰਾਊਂਡਡ ਬਾਈ ਗਲਾਸ, ਸਾਰੇ ਕਿਤੇ ਕੰਚ ਫੈਲਿਆ ਹੁੰਦਾ, ਵਾਈਲ ਦ ਬੋਮਬ ਸਕਰੀਮਡ ਡਾਊਨ, ਚੀਕਾਂ ਮਾਰਦੇ ਹੋਏ ਬੋਮ ਆਲੇ ਦੁਆਲੇ ਡਿੱਗ ਰਹੇ ਹੁੰਦੇ। ਦੇ ਨਿਊ ਵਟ ਦੇ ਵਰਕਡ ਫॉर, ਉਸ ਸਮੇਂ ਫਿਰ ਵੀ ਉਹ ਬੰਬਾਰੀ 'ਚ ਕਿਉਂ ਖੜੇ ਰਹਿੰਦੇ, ਕਿਉਂਕਿ ਉਹਨਾਂ ਨੂੰ ਪਤਾ ਸੀ ਉਹ ਇਹ ਕੰਮ ਕਿਉਂ ਕਰ ਰਹੇ ਨੇ। ਦੇ ਨਿਊ ਇਟਸ ਇੰਪੋਰਟੈਂਸ ਟੂ ਅਦਰਸ, ਉਹਨਾਂ ਨੂੰ ਪਤਾ ਸੀ ਜੇ ਅਸੀਂ ਆਪਣਾ ਕੰਮ ਛੱਡ ਦੇਵਾਂਗੇ ਤਾਂ ਲੋਕਾਂ ਲਈ ਕਿੰਨਾ ਔਖਾ ਹੋ ਜਾਵੇਗਾ। ਉਹਨਾਂ ਨੂੰ ਆਪਣੇ ਕੰਮ ਦਾ ਮਹੱਤਵ ਪਤਾ ਸੀ। ਐਂਡ ਟੂ ਦੇਅਰ ਕੰਟਰੀ, ਕਿ ਮੇਰੇ ਦੇਸ਼ ਲਈ ਮੇਰੇ ਕੰਮ ਦਾ ਕੀ ਮਹੱਤਵ ਹੈ ਇਹ ਪਤਾ ਸੀ। ਦੇ ਪੁੱਟ ਦੇਅਰ ਜੌਬ ਬਿਫੋਰ ਦੈਮਸੈਲਵਸ, ਇਸ ਲਈ ਉਹਨਾਂ ਨੇ ਆਪਣੀਆਂ ਜਾਨਾਂ ਤੋਂ ਵੱਧ ਆਪਣੇ ਦੇਸ਼ ਨੂੰ ਅਤੇ ਆਪਣੇ ਕੰਮ ਨੂੰ ਅੱਗੇ ਰੱਖਿਆ। ਦੈਟ ਵਾਜ਼ ਡਿਸਿਪਲਨ, ਇਹ ਉਹਨਾਂ ਦਾ ਅਨੁਸ਼ਾਸਨ ਸੀ। ਸੋ after this beautiful discussion, the writer wants to tell that no nation ever got out of difficult position, economic or military, without discipline. ਇਸ ਲਈ ਕੋਈ ਵੀ ਰਾਸ਼ਟਰ ਕਦੇ ਔਖੀ ਸਥਿਤੀ ਚੋਂ, ਆਰਥਿਕ ਔਖੀਆਂ ਸਥਿਤੀਆਂ ਚੋਂ ਜਾਂ ਯੁੱਧ ਚੋਂ ਅਨੁਸ਼ਾਸਨ ਤੋਂ ਬਿਨਾਂ ਨਹੀਂ ਨਿਕਲ ਸਕਦਾ। ਡੈਮੋਕ੍ਰੇਸੀ ਮੀਨਸ ਦੈਟ ਦ ਰਿਸਪੌਂਸਿਬਿਲਿਟੀ ਇਜ਼ ਡੀਸੈਂਟਰਲਾਈਜ਼ਡ। ਲੋਕਤੰਤਰ ਦਾ ਮਤਲਬ ਕੀ ਹੈ? ਜਦੋਂ ਜ਼ਿੰਮੇਵਾਰੀ ਇੱਕ ਜਗ੍ਹਾ ਨਹੀਂ ਰਹਿੰਦੀ, ਉਹ ਨੀਚੇ ਤੱਕ ਵੰਡ ਕੇ ਲਈ ਜਾਂਦੀ ਹੈ। ਸੋ ਟੌਪ ਟੂ ਬਾਟਮ ਅਸੀਂ ਜ਼ਿੰਮੇਦਾਰੀ ਵੱਖੋ ਵੱਖਰੇ ਲੋਕਾਂ 'ਚ ਵੰਡ ਦਿੰਦੇ ਹਾਂ। ਐਂਡ ਦੈਟ ਨੋ ਵਨ ਕੈਨ ਸ਼ਰਕ ਹਿਜ਼ ਸ਼ੇਅਰ ਆਫ ਦ ਸਟ੍ਰੇਨ, ਅਤੇ ਲੋਕਤੰਤਰ ਦਾ ਮਤਲਬ ਹੈ ਜਦੋਂ ਵੱਖੋ ਵੱਖਰੇ ਲੋਕ ਆਪਣਾ ਆਪਣਾ ਕੰਮ ਕਰਦੇ ਨੇ, ਕੋਈ ਕੰਮ ਤੋਂ ਜੀ ਨਹੀਂ ਚੁਰਾਉਂਦਾ। ਐਂਡ ਸਮ ਆਫ ਅਸ, ਅ ਲੋਟ ਆਫ ਅਸ ਇਨ ਆਲ ਵਰਕਸ ਆਫ ਲਾਈਫ ਡੂ ਨੋਟ, ਅਤੇ ਬਹੁਤ ਵਾਰੀ ਅਸੀਂ ਲੋਕ ਇਸ ਤਰ੍ਹਾਂ ਜ਼ਿੰਮੇਵਾਰੀ ਨਹੀਂ ਵੀ ਨਿਭਾਉਂਦੇ। Not only other fellows, we are always pointing at it really worked when we were supposed to be working. We should beat our economic crisis hollow. ਤਾਂ ਕਈ ਵਾਰ ਅਜਿਹਾ ਹੁੰਦਾ ਹੈ ਕਿ ਅਸੀਂ ਆਪਣੇ ਆਲੇ ਦੁਆਲੇ ਨੂੰ ਕੋਸਦੇ ਰਹਿੰਦੇ ਹਾਂ, ਜਦੋਂ ਕਿ ਅਸੀਂ ਆਪਣਾ ਕੰਮ ਖੁਦ ਅੱਛਾ ਨਹੀਂ ਕਰ ਰਹੇ ਹੁੰਦੇ, ਉਸ ਕਾਰਨ ਵੀ ਦੇਸ਼ ਨੀਚੇ ਜਾ ਰਿਹਾ ਹੁੰਦਾ ਹੈ। That takes discipline based not only on ourselves but backed by the healthy public opinion. ਇਸ ਲਈ ਸਿਰਫ ਆਪਣੇ ਆਪ 'ਤੇ ਡਿਸਿਪਲਿਨ ਥੋਪਣ ਨਾਲ ਕੁਛ ਨਹੀਂ ਹੋਣਾ, ਲੋਕਾਂ 'ਤੇ ਡਿਸਿਪਲਿਨ ਥੋਪਣ ਨਾਲ ਕੁਛ ਨਹੀਂ ਹੋਣਾ, ਸਾਰਿਆਂ ਨੂੰ ਉਸਦੀ ਵਜ੍ਹਾ ਦਾ ਪਤਾ ਹੋਣਾ ਚਾਹੀਦਾ ਹੈ ਅਤੇ ਇੱਕ ਮਿਸ਼ਨ ਦੀ ਤਰ੍ਹਾਂ ਉਸ ਨੂੰ ਫੋਲੋ ਕਰਨਾ ਚਾਹੀਦਾ ਹੈ। We are apt these days to think more of liberty than of responsibility. ਪਰ ਇਨਸਾਨ ਦਾ ਦੁਖਾਂਤ ਕੀ ਹੈ? ਅੱਜ ਦਾ ਮਨੁੱਖ ਜ਼ਿੰਮੇਵਾਰੀ ਤੋਂ ਜ਼ਿਆਦਾ ਆਜ਼ਾਦੀ ਦੀ ਗੱਲ ਕਰਦਾ ਹੈ। But in the long run, we never get anything worth having without paying something for it. ਪਰ ਸੱਚੀ ਗੱਲ ਇਹ ਹੈ ਕਿ ਅੱਗੇ ਜਾ ਕੇ ਅਸੀਂ ਜੇ ਕੁਝ ਪ੍ਰਾਪਤ ਕਰਨਾ ਹੈ ਤਾਂ ਅੱਜ ਸਾਨੂੰ ਉਸ ਦੀ ਕੀਮਤ ਚੁਕਾਉਣੀ ਪਏਗੀ। ਜੇ ਅਸੀਂ ਅੱਜ ਮਿਹਨਤ ਅਤੇ ਅਨੁਸ਼ਾਸਨ ਨਾਲ ਉਸ ਦੀ ਕੀਮਤ ਨਹੀਂ ਚੁਕਾਵਾਂਗੇ ਤਾਂ ਅਸੀਂ ਕੁਝ ਵੀ ਮਹਾਨ ਨਹੀਂ ਕਰ ਸਕਾਂਗੇ। ਲਿਬਰਟੀ ਇਜ਼ ਨੋ ਐਕਸੈਪਸ਼ਨ। ਆਜ਼ਾਦੀ ਉੱਤੇ ਵੀ ਇਹ ਗੱਲ ਲਾਗੂ ਹੁੰਦੀ ਹੈ। You can have discipline without liberty, but you cannot have liberty without discipline. ਇਸ ਲਈ ਤੁਸੀਂ ਬਿਨਾਂ ਆਜ਼ਾਦੀ ਤੋਂ ਅਨੁਸ਼ਾਸਨ ਦਾ ਪ੍ਰਾਪਤ ਕਰ ਸਕਦੇ ਹੋ, ਪਰ ਬਿਨਾਂ ਅਨੁਸ਼ਾਸਨ ਤੋਂ ਆਜ਼ਾਦੀ ਦਾ ਆਨੰਦ ਨਹੀਂ ਲੈ ਸਕਦੇ। This was all about the chapter written by Sir William Slim. The name of the chapter was Liberty and Discipline. In the next session, we'll discuss the question answers. Till then, you keep on reading this chapter from your notebook. Dear students, I always get your likes and comments. Thank you so much for your feedback. Keep on reading, learning something new every day. Subscribe my channel. Also share to all other students who need it. Thank you so much. Have a very nice time.